ਸਤਨਾਮ ਵਾਹਿਗੁਰੂ ਸਾਹਿਬ ਜੀ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜੇ ਸੋ ਚੰਦਾ ਉਗਵਹਿ, ਸੂਰਜ ਚੜ੍ਹੈ ਹਜ਼ਾਰ। ਇਤੇ ਚਾਨਣ ਹੋਂਦਿਆਂ, ਗੁਰ ਬਿਨ ਘੋਰ ਅੰਧਾਰ। ਪਰਮ ਸਨਮਾਨਯੋਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰਾਮਤ ਦੇ ਸਦਕਾ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ, 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ, ਤਿੰਨਾਂ ਦੇ ਪਾਵਨ ਪਵਿੱਤਰ ਜੀਵਨ ਦੀ ਵਿਚਾਰਧਾਰਾ ਦੇ ਨਾਲ ਅੱਜ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤਮਈ ਬੋਲਾਂ ਰਾਹੀਂ ਜਦੋਂ ਮਾਨਵਤਾ ਨੂੰ, ਮਨੁੱਖਤਾ ਨੂੰ ਸੁਨੇਹਾ ਦਿੱਤਾ ਤੇ 9 ਗੁਰੂਆਂ ਸਾਹਿਬਾਨਾਂ ਦੇ ਬਾਬਤ ਕਲਗੀਧਰ ਪਿਤਾ ਨੇ ਆਪਣੀ ਕਲਮ ਦੇ ਨਾਲ ਬੜੀ ਪਿਆਰੀ ਬਾਤ ਲਿਖੀ। ਰੋਜ਼ਾਨਾ ਹੀ ਅਕਸਰ ਅਸੀਂ ਇਹਨਾਂ ਬੋਲਾਂ ਨੂੰ ਪੜ੍ਹਦੇ ਹਾਂ। ਪ੍ਰਥਮ ਭਗਉਤੀ ਸਿਮਰਤੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਜਦੋਂ ਗੱਲ ਆਈ ਤੇ ਗੁਰੂ ਕਲਗੀਆਂ ਵਾਲੇ ਮਹਾਰਾਜ ਕਹਿੰਦੇ ਨੇ, ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਐਸੇ ਸਤਿਗੁਰੂ ਆ ਜਿਨ੍ਹਾਂ ਨੇ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸੱਚੇ ਮਨੋਂ ਧਿਆਇਆ, ਜਿਨ੍ਹਾਂ ਉਹਨਾਂ ਨੂੰ ਭਾਵਨਾ ਦੇ ਨਾਲ ਚੇਤੇ ਕੀਤਾ, ਯਾਦ ਕੀਤਾ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ, ਜਿਨ੍ਹਾਂ ਦਾ ਦੀਦਾਰ ਕੀਤਿਆਂ ਸਭ ਦੁੱਖ ਜਾਏ। ਜ਼ਿੰਦਗੀ ਚੋਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਅੰਮ੍ਰਿਤਮਈ ਬਾਣੀ ਨੇ ਅਨੇਕਾਂ ਦੁੱਖਾਂ ਦਾ ਜ਼ਿਕਰ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਤੇ ਮਹਾਰਾਜ ਕਹਿੰਦੇ ਨੇ 4 ਤਰ੍ਹਾਂ ਦੇ ਮੂਲ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੈ ਦਾਰੂ ਲਾਏ। ਪਹਿਲਾ ਦੁੱਖ ਵਿਛੋੜੇ ਦਾ, ਪਰਮਾਤਮਾ ਦੇ ਚਰਨਾਂ ਨਾਲੋਂ ਜਿਹੜਾ ਵਿਛੜ ਗਿਆ। ਦੂਜਾ ਦੁੱਖ ਆ ਭੁੱਖ ਦਾ। ਤੀਸਰਾ ਦੁੱਖ ਆ ਜਿਹੜੀ ਮੌਤ ਹੈ, ਜਿਹੜਾ ਜਮਦੂਤਾਂ ਦਾ ਆਉਣਾ, ਭਾਵ ਰੱਬ ਤੋਂ ਵਿਛੜ ਕੇ ਜੂਨੀਆਂ ਦਾ ਜਿਹੜਾ ਭਟਕਣਾ ਹੈ। ਚੌਥੇ ਦੁੱਖ ਨੂੰ ਮਹਾਰਾਜ ਨੇ ਕਿਹਾ ਜਿਹੜਾ ਤਨ ਦਾ ਰੋਗ ਆ। ਕਾਇਨਾਤ ਨੂੰ ਸਤਿਗੁਰੂ ਤੱਕਦੇ ਆ ਤੇ ਸਾਹਿਬ ਕਹਿੰਦੇ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਿਤੇ ਬਾਬਾ ਨਾਨਕ ਜੀ ਕਹਿੰਦੇ ਆ, ਬਾਲੀ ਰੋਵੈ ਨਾਹੇ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਸਮੁੱਚੀ ਕਾਇਨਾਤ ਦੁੱਖਾਂ ਸੁੱਖਾਂ ਦੇ ਤਾਣੇ ਪੇਟੇ ਵਿੱਚ ਉਲਝੀ ਹੈ, ਉਣੀ ਹੋਈ ਹੈ। ਪਰ ਮੇਰੇ ਮਾਲਕ ਸਤਿਗੁਰੂ
ਗੁਰੂ ਹਰਕ੍ਰਿਸ਼ਨ ਸਾਹਿਬ ਐਸੇ ਦਾਤਾਰ ਪਿਤਾ ਆ ਜਿਨ੍ਹਾਂ ਨੇ ਵੀ ਉਹਨਾਂ ਨੂੰ ਜਪਿਆ, ਜਿਨ੍ਹਾਂ ਧਿਆਇਆ, ਤਿਨਾਂ ਦੇ ਦੁੱਖ ਸਦੀਵੀ ਤੌਰ ਤੇ ਮਿਟ ਗਏ। ਆਓ ਉਹਨਾਂ ਦੇ ਜੀਵਨ ਦੇ ਵਿੱਚੋਂ ਇਹਨਾਂ ਭਾਵਨਾਵਾਂ ਨੂੰ ਸਮਝਣ ਦਾ ਯਤਨ ਕਰੀਏ। ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਆ ਰਿਸ਼ਤੇ ਦੇ ਵਿੱਚੋਂ ਸਤਿਕਾਰਯੋਗ ਧੰਨ ਧੰਨ ਸਤਿਗੁਰੂ ਗੁਰੂ ਹਰ ਰਾਏ ਜੀ ਮਹਾਰਾਜ। ਗੁਰੂ ਹਰ ਰਾਏ ਸਾਹਿਬ ਦੀ ਸ਼ਾਦੀ ਸਤਿਕਾਰਯੋਗ ਮਾਤਾ ਕ੍ਰਿਸ਼ਨ ਕੌਰ ਜੀ ਦੇ ਨਾਲ ਹੁੰਦੀ ਹੈ। ਇਸ ਘਰ ਦੇ ਵਿੱਚ 2 ਸੁਪੁੱਤਰਾਂ ਦਾ ਜਨਮ ਹੁੰਦਾ ਹੈ। ਵੱਡੇ ਸੁਪੁੱਤਰ ਨੇ ਸਤਿਕਾਰਯੋਗ ਬਾਬਾ ਰਾਮ ਰਾਏ ਜੀ ਔਰ ਛੋਟੇ ਸੁਪੁੱਤਰ ਨੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ। ਇਤਿਹਾਸ ਨੇ ਬੜੇ ਪਿਆਰੇ ਬੋਲ ਲਿਖੇ ਨੇ। ਜਿਸ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਹੋਇਆ ਨਾ, ਸਿੱਖ ਸੰਗਤਾਂ ਨੇ ਸੁਨੇਹਾ ਦਿੱਤਾ, ਦਾਤਾ ਘਰ ਵਿੱਚ ਛੋਟੇ ਸਾਹਿਬਜ਼ਾਦੇ ਦਾ ਜਨਮ ਹੋਇਆ ਤੇ ਮਹਾਰਾਜ ਅਕਾਲ ਪੁਰਖ ਦਾ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਸ਼ੁਕਰਾਨਾ ਕਰਦਿਆਂ ਆਪਣੇ ਪੁੱਤ ਨੂੰ ਚੁੱਕ ਕੇ ਸੀਨੇ ਲਾਇਆ, ਪਿਆਰ ਬਖਸ਼ਿਆ। ਤੇ ਸੰਗਤਾਂ ਕਹਿੰਦੀਆਂ ਆ ਮਹਾਰਾਜ ਵੱਡੇ ਪੁੱਤ ਦਾ ਨਾਂ ਤੇ ਰਾਮ ਰਾਏ ਸਾਹਿਬ ਰੱਖਿਆ, ਸਾਹਿਬ ਜੀ ਇਹਦਾ ਵੀ ਕੋਈ ਨਾਂ ਰੱਖੀਏ। ਤੇ ਮਹਾਰਾਜ ਮੁਸਕਰਾ ਕੇ ਕਹਿੰਦੇ ਆ, ਸਾਰੀ ਸੰਗਤ ਵੇਖੋ ਹਾਂ ਇਹਨਾਂ ਦਾ ਚਿਹਰਾ ਕਿਹਦੇ ਨਾਲ ਮਿਲਦਾ ਹੈ। ਤੇ ਸੰਗਤ ਆਖਦੀ ਹੈ ਮਹਾਰਾਜ ਇਹਨਾਂ ਦਾ ਚਿਹਰਾ ਆਪਣੀ ਮਾਤਾ ਜੀ ਨਾਲ ਬੜਾ ਮਿਲਦਾ ਹੈ। ਤੇ ਸਤਿਗੁਰੂ ਕਹਿੰਦੇ ਫਿਰ ਮਾਂ ਵਾਲਾ ਹੀ ਨਾਮ ਰੱਖ ਦੇਣਾ ਚਾਹੀਦਾ ਹੈ। ਮਾਂ ਦਾ ਨਾਮ ਕ੍ਰਿਸ਼ਨ ਕੌਰ ਹੈ, ਇਹਨਾਂ ਦਾ ਨਾਮ ਹਰਕ੍ਰਿਸ਼ਨ ਜੀ ਰੱਖ ਦਿਓ। ਸਤਿਗੁਰੂ ਨੇ ਇੱਕ ਭਾਵਨਾ ਨਾਲ ਵੇਖੀਏ ਤੇ ਜਿਹੜੀ ਗੱਲ ਆਖੀ ਸੀ ਨਾ, ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ। ਰਾਜਾਨ ਮਾਂ ਨੂੰ ਇੰਨਾ ਸਤਿਕਾਰ ਦੇਣਾ, ਔਰਤ ਨੂੰ ਇੰਨਾ ਸਤਿਕਾਰ ਦੇਣਾ। ਖੈਰ ਸਮਾਂ ਆਪਣੀ ਚਾਲੇ ਚੱਲਿਆ। ਦੋਨੋਂ ਪੁੱਤਰ ਸਤਿਗੁਰੂ ਦੀ ਨਿਗਰਾਨੀ ਦੇ ਵਿੱਚ ਪੜ੍ਹਦੇ ਹੈ। ਮਾਲਕ ਦੇ ਕੋਲੋਂ ਸੰਸਾਰੀ ਤੌਰ ਤੇ ਵਿੱਦਿਆ, ਨਿਰੰਕਾਰੀ ਵਿੱਦਿਆ, ਹਰ ਗੁਣ ਹਰ ਗਿਆਨ ਗੁਰਸਿੱਖੀ ਦੇ ਕਾਇਦੇ ਸਾਹਿਬ ਦੇ ਚਰਨਾਂ ਵਿੱਚ ਬਹਿ ਕੇ ਮਾਣੇ। ਇੱਕ ਦਿਨ ਸੰਗਤ ਕਹਿੰਦੀ ਹੈ ਮਹਾਰਾਜ ਦੋਨਾਂ ਦੇ ਵਿੱਚੋਂ ਕਿਹੜਾ ਯੋਗ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀ ਡੋਰ ਨੂੰ, ਵਾਗ ਡੋਰ ਨੂੰ, ਕੌਮ ਦੀ ਵਾਗ ਡੋਰ ਨੂੰ ਸੰਭਾਲੇਗਾ। ਤੇ ਸਤਿਗੁਰੂ ਕਹਿੰਦੇ ਨੇ ਸਾਧ ਸੰਗਤ ਤੁਸੀਂ ਆਪੇ ਹੀ ਵੇਖ ਲੈਣਾ। ਮਹਾਰਾਜ ਕਿਵੇਂ? ਕਹਿਣ ਲੱਗੇ ਜਦੋਂ ਦੋਨੋਂ ਸੰਗਤ ਵਿੱਚ ਬੈਠੇ ਹੋਣ, ਬਾਣੀ ਨਾਲ ਜੁੜੇ ਹੋਣ, ਦੋਵਾਂ ਵਿੱਚੋਂ ਦੋਵਾਂ ਦੇ ਸੂਈ ਜਾਂ ਗੰਧੂਈ ਚਬੋ ਕੇ ਵੇਖਣਾ। ਜਦੋਂ ਚਬੋ ਕੇ ਵੇਖੋਗੇ ਜਿਹੜਾ ਇਕੱਲੇ ਸਰੀਰ ਤੱਕ ਸੀਮਤ ਆ ਉਹ ਤੜਪ ਉੱਠੇਗਾ, ਜਿਹੜਾ ਜੁੜਿਆ ਰਹੇਗਾ ਇਹਦਾ ਮਤਲਬ ਆ ਉਹਦੀ ਸੁਰਤ, ਉਹਦਾ ਮਨ ਚਿੱਤ ਵਾਹਿਗੁਰੂ ਜੀ ਦੇ ਨਾਲ ਜੁੜਿਆ ਹੋਇਆ ਆ। ਸਾਧ ਸੰਗਤ ਨੇ ਵਿੱਚੋਂ ਕਿਸੇ ਗੁਰਸਿੱਖ ਨੇ ਇਹ ਕੁਝ ਕਰਕੇ ਵੇਖਿਆ। ਜਦੋਂ ਸੂਈ ਚਬੋਈ ਤੇ ਬਾਬਾ ਰਾਮ ਰਾਏ ਜੀ ਤੜਪ ਉੱਠੇ। ਪਰਬਾਲਾ ਪ੍ਰੀਤਮ ਸਤਿਗੁਰੂ ਜੀ ਇੱਕ ਰਸ ਵਾਹਿਗੁਰੂ ਜੀ ਦੀ ਭਗਤੀ ਦੇ ਵਿੱਚ ਲੀਨ ਆ। ਸਾਧ ਸੰਗਤ ਨੇ ਉਸ ਵੇਲੇ ਜਾਣ ਲਿਆ ਕਿ ਰਹਿਮਤ ਦੇ ਪਾਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੀ ਬਣ ਕੇ। ਵਕਤ ਚਾਲੇ ਚੱਲਦਾ ਹੈ। ਇੱਧਰ ਬਾਬਾ ਧੀਰਮਲ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿੰਦਿਆਂ ਦਿੱਲੀ ਦਰਬਾਰ ਦੇ ਵਿੱਚ ਬੜੀਆਂ ਸ਼ਿਕਾਇਤਾਂ ਭੇਜੀਆਂ। ਬਹੁਤ ਕੁਝ ਵਕਤ ਨਾਲ ਹੁੰਦਾ, ਸਮਾਂ ਸੀਮਤ ਹੈ। ਔਰ ਦਿੱਲੀ ਦੀਆਂ ਸ਼ਿਕਾਇਤਾਂ ਦਾ ਮਸਲਾ ਹੱਲ ਕਰਨ ਲਈ ਗੁਰੂ ਹਰ ਰਾਏ ਸਾਹਿਬ ਨੇ ਆਖਿਆ ਵੀ ਕੋਈ ਜਣਾ ਉੱਠੇ ਜਿਹੜਾ ਦਿੱਲੀ ਦੀ ਧਰਤੀ ਤੇ ਜਾਏ। ਬਾਬਾ ਰਾਮ ਰਾਏ ਜੀ ਨੂੰ ਦਿੱਲੀ ਦੀ ਧਰਤੀ ਤੇ ਭੇਜਿਆ। ਪਰ ਮਹਾਰਾਜ ਤੋਰਨ ਲੱਗਿਆ ਇੱਕ ਬਚਨ ਆਖੇ, ਬੇਟਾ ਦਿੱਲੀ ਦੀ ਧਰਤੀ ਤੇ ਚੱਲੇ, ਉਹਨਾਂ ਦੇ ਸਵਾਲਾਂ ਦੇ ਜਵਾਬ ਜ਼ਰੂਰ ਦੇਣਾ, ਪਰ ਉੱਥੋਂ ਦੀ ਮਾਇਆ ਵੇਖ ਕੇ ਮਨ ਨੂੰ ਭਰਮਾ ਨਾ ਲਿਆ ਜੀ। ਮਨ ਭਰਮ ਜਾਏਗਾ, ਉਹਨਾਂ ਕੋਲ ਬੜਾ ਕੁਝ ਹੈ। ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਟੇਕ ਨਾ ਛੱਡਿਓ, ਭਰੋਸਾ ਨਾ ਛੱਡਿਓ। ਬਾਬਾ ਰਾਮ ਰਾਏ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਤੇ ਦਿੱਲੀ ਅੱਪੜਦੇ ਆ। ਦਿੱਲੀ ਜਾ ਕੇ ਔਰੰਗਜ਼ੇਬ ਦੇ ਨਾਲ ਵਿਚਾਰਾਂ ਹੁੰਦੀਆਂ। ਮਾਇਆ ਦੇ ਵਿੱਚ ਆ ਕੇ ਬਾਬਾ ਰਾਮ ਰਾਏ ਜੀ ਇੰਨੇ ਭਰਮ ਜਾਂਦੇ ਆ। 72 ਕਰਾਮਾਤਾਂ ਔਰੰਗਜ਼ੇਬ ਨੂੰ ਦਿਖਾਈਆਂ ਜਾਂਦੀਆਂ। ਅਖੀਰੀ ਔਰੰਗਜ਼ੇਬ ਸਵਾਲ ਕਰਦਾ ਹੈ ਵੀ ਤੁਹਾਡੀ ਅੰਮ੍ਰਿਤਮਈ ਬਾਣੀ 'ਚ ਇਹ ਗੱਲ ਲਿਖੀ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ, ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ। ਇੰਜ ਕਿਉਂ ਲਿਖਿਆ ਹੈ? ਤੇ ਬਾਬਾ ਰਾਮ ਰਾਏ ਜੀ ਇੱਕ ਗੱਲ ਕਹਿੰਦੇ ਨੇ, ਅਸਲ ਦੇ ਵਿੱਚ ਲਿਖਣ ਵਾਲੇ ਕੋਲੋਂ ਭੁੱਲ ਹੋ ਗਈ, ਕਿਉਂਕਿ ਝੂਠੀ ਖੁਸ਼ਾਮਦ ਕੀਤੀ ਜਾ ਰਹੀ ਹੈ ਔਰੰਗਜ਼ੇਬ ਦੀ ਬਾਬੇ ਰਾਮ ਰਾਏ ਵੱਲੋਂ। ਕਹਿਣ ਲੱਗੇ ਲਿਖਣ ਵਾਲੇ ਕੋਲ ਗਲਤੀ ਹੋ ਗਈ, ਅਸਲ ਵਿੱਚ ਇੱਥੇ ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬੇਈਮਾਨ ਕੀ ਹੈ।
ਇੱਕ ਗੱਲ ਯਾਦ ਰੱਖਿਓ ਪਿਆਰ ਵਾਲਿਓ, ਪਹਿਲੀ ਗੱਲ ਤੇ ਇਹ ਗੱਲ ਸੋਚਣੀ ਬਣਦੀ ਹੈ, ਉਸ ਵੇਲੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਪਤਾ ਹੈ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਬਾਬੇ ਦੀ ਬਾਣੀ 'ਚ ਕੀ ਲਿਖਿਆ ਹੋਇਆ, ਕਿੰਨਾ ਕੁ ਸਾਡਾ ਪ੍ਰਚਾਰ ਕਿਸ ਦਰਜੇ ਦਾ ਹੋਵੇਗਾ। ਦੂਜੀ ਗੱਲ, ਅੱਜ ਦੇ ਵੇਲੇ ਨੂੰ ਵਿਚਾਰ ਕੇ ਵੇਖੋ, ਸਾਡੇ ਘਰਾਂ ਵਿੱਚ ਸਾਡੀ ਔਲਾਦ, ਸਾਡੇ ਬੱਚੇ, ਸਾਡੇ ਬਜ਼ੁਰਗ ਇਹਨਾਂ ਗੱਲਾਂ ਤੋਂ ਅੱਜ ਵਾਂਝੇ ਹੋ ਰਹੇ ਆ ਕਿ ਸਿੱਖੀ ਦਾ ਅਸਲ ਵਿੱਚ ਸਿਧਾਂਤ ਕੀ ਹੈ। ਖੈਰ, ਦੂਜੀ ਗੱਲ ਨੂੰ ਵਿਚਾਰਨ ਦਾ ਯਤਨ ਕਰਿਓ। ਅਸੀਂ ਕਹਿੰਦੇ ਇਕੱਲਾ ਅੱਖਰ ਬਦਲਿਆ, ਗੱਲ ਪਿਆਰਿਓ ਇੱਥੇ ਅੱਖਰ ਦੀ ਨਹੀਂ, ਗੱਲ ਹੈ ਸਿਧਾਂਤ ਬਦਲ ਦੇਣਾ। ਸਿਧਾਂਤ ਕੀ ਹੈ? ਮੁਸਲਮਾਨ ਇਹ ਗੱਲ ਆਖਦਾ ਕਿ ਜਿਸ ਦਿਨ ਸਰੀਰ ਮਰਦਾ ਹੈ, ਆਤਮਾ ਸਰੀਰ ਦੇ ਵਿੱਚੇ ਰਹਿੰਦੀ ਹੈ, ਸਰੀਰ ਨੂੰ ਦਫਨਾਇਆ ਜਾਂਦਾ ਹੈ, ਔਰ ਜਦੋਂ ਸਰੀਰ ਦਫਨਾ ਦਿੱਤਾ ਜਾਂਦਾ ਹੈ, ਅਸਲ ਵਿੱਚ ਦਫਨਾਉਣ ਦੀ ਪ੍ਰਕਿਰਿਆ ਦਾ ਕਾਰਨ ਇਹ ਸੀ ਕਿ ਅਰਬ ਦੇ ਇਲਾਕੇ ਦੇ ਵਿੱਚ ਰੁੱਖ ਬਹੁਤ ਘੱਟ ਨੇ। ਹਜ਼ਰਤ ਮੁਹੰਮਦ ਸਾਹਿਬ ਜੀ ਨੇ ਬੜੀ ਦੂਰ ਦ੍ਰਿਸ਼ਟੀ ਤੋਂ ਪੈਗੰਬਰ ਸਨ, ਉਹਨਾਂ ਕੰਮ ਲਿਆ ਕਿ ਉਹਨਾਂ ਨੇ ਸੰਸਕਾਰ ਦੀ ਪ੍ਰਥਾ ਨੂੰ ਬੰਦ ਕਰਕੇ ਦਫਨਾਉਣ ਦੀ ਪ੍ਰਥਾ ਆਰੰਭ ਕੀਤੀ ਕਿ ਥੋੜੇ ਬਹੁਤੇ ਰੁੱਖ ਅਰਬ ਵਿੱਚ ਹਨ, ਜੇ ਮੁਰਦੇ ਸਾੜਨ ਲੱਗ ਪਏ ਤੇ ਇਹਨਾਂ ਇਹ ਵੀ ਵੱਢ ਵੱਢ ਕੇ ਬਾਲ ਦੇਣੇ ਨੇ। ਅਸਲ ਵਿੱਚ ਮੂਲ ਪ੍ਰਥਾ ਉੱਥੋਂ ਚੱਲੀ ਦਫਨਾਉਣ ਦੀ। ਗਾਂ ਇੱਕ ਧਰਮ ਦਾ ਅੰਗ ਵੱਖਰਾ ਬਣਾ ਦਿੱਤਾ ਕਿ ਕਿਆਮਤ ਦਾ ਦਿਨ ਆਏਗਾ, ਹਜ਼ਰਤ ਮੁਹੰਮਦ ਸਾਹਿਬ ਆਉਣਗੇ, ਰੂਹਾਂ ਨੂੰ ਕਬਰਾਂ ਵਿੱਚੋਂ ਕੱਢ ਕੇ ਲੈ ਜਾਣਗੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ, ਨਹੀਂ, ਜਿੱਦਣ ਸਰੀਰ ਮਰਿਆ, ਰੂਹ ਸਰੀਰ ਤੋਂ ਵੱਖਰੀ ਹੋ ਕੇ ਮਾਲਕ ਦੇ ਚਰਨਾਂ ਤੱਕ ਜਾ ਪੜੀ, ਸਿਰਫ ਇੱਥੇ ਸਰੀਰ ਰਹਿ ਗਿਆ। ਹੁਣ ਸਤਿਗੁਰੂ ਇੱਕ ਗੱਲ ਕਹਿੰਦੇ ਆ ਕਿ ਮਿੱਟੀ ਮੁਸਲਮਾਨ ਕੀ, ਸਰੀਰ ਦਫਨਾਇਆ, ਸਰੀਰ ਮਿੱਟੀ ਬਣ ਗਿਆ, ਪੇੜੇ ਪਈ ਘੁਮਿਆਰ, ਜਿੱਥੇ ਚਰਬੀ ਸਰੀਰ ਵਿੱਚ ਰਲ ਜਾਏ ਮਿੱਟੀ ਚੀਕਣੀ ਹੋ ਜਾਂਦੀ ਹੈ, ਘੁਮਿਆਰ ਪੁੱਟ ਕੇ ਲੈ ਕੇ ਜਾਂਦਾ ਔਰ ਉਹਨੂੰ ਮਿੱਟੀ ਨੂੰ ਗੋ ਕੇ ਉਹਦੇ ਪੇੜੇ ਬਣਾਉਂਦਾ। ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀ ਆ, ਘੜ ਘੜ ਕੇ ਉਹਦੀਆਂ ਇੱਟਾਂ ਉਹਦੇ ਭਾਂਡੇ ਬਣਾਏ, ਜਲਦੀ ਕਰੇ ਪੁਕਾਰ। ਜੇ ਉਸ ਸਰੀਰ ਵਿੱਚ ਆਤਮਾ ਹੋਵੇ ਫਿਰ ਤੋਂ ਮਿੱਟੀ 'ਚ ਰਹਿਣੀ ਚਾਹੀਦੀ ਸੀ, ਮਿੱਟੀ ਤੋਂ ਉਹਦੇ ਭਾਂਡੇ ਬਣੇ, ਆਤਮਾ ਵਿੱਚ ਆ। ਜਿੱਦਣ ਅੱਗ ਲਾਈ ਭਾਂਡਿਆਂ ਨੂੰ ਜਾਂ ਇੱਟਾਂ ਨੂੰ, ਫਿਰ ਉਹ ਰੋ ਰੋ ਕੇ ਪੁਕਾਰ ਜ਼ਰੂਰ ਕਰਦੀ ਜਿਹੜੀ ਆਤਮਾ ਵਿੱਚ ਆ। ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਿਆਰ, ਨਾਨਕ ਜਿਨ ਕਰਤੈ ਕਾਰਨ ਕੀਆ, ਸੋ ਜਾਣੈ ਕਰਤਾਰ। ਅਸਲ ਵਿੱਚ ਮੂਲ ਹੈ ਸਿਧਾਂਤ ਨੂੰ ਬਦਲਣਾ। ਸਤਿਗੁਰੂ ਗੁਰੂ ਹਰ ਰਾਏ ਮਹਾਰਾਜ ਇਹ ਗੱਲ ਸੁਣੀ ਵੀ ਬਾਬੇ ਰਾਮ ਰਾਏ ਨੇ 72 ਕਰਾਮਾਤਾਂ ਦਿਖਾਈਆਂ, ਲਿਖਾਰੀ ਕੋਲੋਂ ਭੁੱਲਣ ਵਾਲੀ ਗਲਤੀ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਬਾਬਤ ਇਹ ਗੱਲ ਆਖੀ, ਤੇ ਮਹਾਰਾਜ ਇੱਕ ਗੱਲ ਕਹਿੰਦੇ ਨੇ, ਜਿਹੜਾ ਗੁਰੂ ਨਾਨਕ ਦੇ ਘਰ ਦਾ ਸ਼ਰੀਕ ਬਣਦਾ, ਸਿਧਾਂਤ ਬਦਲਦਾ, ਸਾਡਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ, ਇਸ ਪਾਸੇ ਨੂੰ ਮੁੜ ਕਦੀ ਨਾ ਆਵੇ ਤੇ ਵਾਪਸ ਜਿੱਧਰ ਨੂੰ ਮੂੰਹ ਹੈ ਉਧਰ ਹੀ ਚਲਿਆ ਜਾਏ। ਬਾਬੇ ਰਾਮ ਰਾਏ ਨੂੰ ਔਰੰਗਜ਼ੇਬ ਨੇ ਦੂਨ ਦਾ ਇਲਾਕਾ ਦਿੱਤਾ, ਦੇਹਰਾ ਵੰਡ ਕਰਕੇ ਉਸ ਸ਼ਹਿਰ ਦਾ ਨਾਂ ਪੈ ਗਿਆ ਦੇਹਰਾਦੂਨ। ਅੱਗੇ ਚੱਲੀਏ ਪਿਆਰ ਵਾਲਿਓ, ਇੱਧਰ ਗੁਰਤਾ ਗੱਦੀ ਤੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਇੱਕਦਮ ਸਾਰੇ ਪਾਸੇ ਇਹ ਰੌਲਾ ਪੈ ਗਿਆ ਕਿ 5 ਕੁ ਸਾਲ ਦਾ ਬੱਚਾ ਕੌਮ ਦੀ ਅਗਵਾਈ ਕਿੱਦਾਂ ਕਰੇਗਾ। ਅੰਦਾਜ਼ਾ ਲਾਓ 5 ਕੁ ਵਰਿਆਂ ਦੀ ਤਕਰੀਬਨ ਉਮਰ ਆ ਜਿੱਦਣ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ। ਸੰਗਤਾਂ ਸਿਜਦਾ ਕੀਤਾ, ਬਾਬਾ ਬੁੱਢਾ ਜੀ ਦੀ ਅੰਸ ਬੰਸ ਸਿਜਦਾ ਕੀਤਾ, ਪਰ ਆਸੇ ਪਾਸੇ ਦੂਰ ਦੁਰਾਡੇ ਇਹ ਰੌਲਾ ਪਿਆ ਕਿ ਗੁਰੂ ਨਾਨਕ ਦੀ ਜੋਤ ਦਾ ਵਾਰਸ ਇੱਕ ਨਿੱਕਾ ਜਿਹਾ ਬੱਚਾ ਕਿਵੇਂ ਬਣ ਸਕਦਾ ਹੈ। ਸਤਿਗੁਰੂ ਇੱਕ ਗੱਲ ਸਮਝਾਈ ਸਾਧ ਸੰਗਤ ਜੀ, ਗੱਲ ਸਰੀਰ ਵੱਲ ਨਾ ਵੇਖੋ, ਗੱਲ ਇਹ ਸਤਿਗੁਰੂ ਦੇ ਘਰ 'ਚ ਰਹਿਮਤ ਕਿੰਨੀ ਹੈ। ਹੁਣ ਪਿਆਰਿਓ ਇੱਥੋਂ ਇੱਕ ਪੱਖ ਚੱਲਿਆ, ਇਤਿਹਾਸ ਦੀ ਕੜੀ ਚੱਲੀ, ਜਿਹੜੇ ਲੋਕ ਦੋਖੀ ਸੀ ਉਹ ਇਸ ਘਰ ਨੂੰ ਨਿਵਾਉਣਾ ਚਾਹੁੰਦੇ ਆ। ਸਰੀਰ ਬੇਸ਼ੱਕ ਛੋਟਾ ਹੈ ਪਰ ਜੋਤ ਬਾਬੇ ਨਾਨਕ ਦੀ ਰਹਿਮਤ ਵਾਲੀ ਹੈ। ਇਸ ਘਰ 'ਚ ਬਖਸ਼ਿਸ਼ ਮਿਲੇ ਤੇ ਬੁੱਢੀ ਉਮਰੇ ਧੰਨ ਗੁਰੂ ਅਮਰਦਾਸ ਵੀ ਨਵਾਜੇ ਜਾਂਦੇ ਆ। ਜਿੱਦਣ ਰਹਿਮਤ ਦੀ ਗੱਲ ਆਈ ਪਿਆਰਿਓ, ਨਵਾਜਣ ਦੀ ਗੱਲ ਆਈ, ਗੁਰੂ ਹਰਕ੍ਰਿਸ਼ਨ ਮਹਾਰਾਜ ਨੰਨੀ ਉਮਰੇ ਰਹਿਮਤਾਂ ਦੇ ਪਾਤਰ ਬਣ ਕੇ, ਮਹਾਰਾਜ ਨੂੰ ਸੰਗਤ ਤੁਰ ਕੇ ਨਹੀਂ ਸੀ ਜਾਣ ਦਿੰਦੀ ਕਿਤੇ ਵੀ। ਗੁਰੂ ਹਰਕ੍ਰਿਸ਼ਨ ਸਾਹਿਬ ਅਕਸਰ ਜਦੋਂ ਜਾਂਦੇ ਤੇ ਮਹਾਰਾਜ ਪਾਲਕੀ ਦੇ ਵਿੱਚ ਬੈਠ ਕੇ ਜਾਇਆ ਕਰਦੇ ਸਨ। ਪਹਿਲੇ ਦਿਨ ਅੱਜ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਪਾਲਕੀ ਨਿਕਲੀ, ਦੋਖੀ ਲੋਕਾਂ ਨੇ ਇੱਕ ਕੋਹੜੀ ਬੰਦੇ ਨੂੰ ਲੱਭ ਕੇ ਲਿਆਂਦਾ ਔਰ ਉਸ ਰਸਤੇ ਦੇ ਵਿੱਚ ਬਿਠਾ ਦਿੱਤਾ ਜਿੱਥੋਂ ਦੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਲੰਘਣਾ, ਔਰ ਕੋਹੜੀ ਨੂੰ ਆਖਿਆ
कि जदों पालकी नेड़े आए तू उच्ची उच्ची रौला पाउणा है, क्योंकि गुरु नानक साहब ने कोहड़ी दा रोग दूर किया। गुरु अमरदास महाराज ने प्रेमे कोहड़ी दा कोड़ दूर किया। धन गुरु अर्जन देव साहब ने कोहड़ी घर बनाया तरन तारण साहब। हुण वेखदे हां जे उही जोत होएगी ते कोड़ जरूर दूर कर देगी। जदों उस कोहड़ी ने पालकी आउंदी वेखी, उन्हें उच्ची उच्ची रौला पाया। गुरु हरकृष्ण साहब कहंदे ने पालकी नूं थल्ले लाओ। गुरु हरकृष्ण साहब उतरे। महाराज रहमत भरी नज़र नाल तकिया। कोलों महाराज ने एक हथ पूंजण वाला रुमाल दे के आखिया, गुरमुख प्यारिओ, इहदे जख्मां ते अरमाल फेरो, इहदा इलाज करो। गुरु नानक साहब जरूर रहमत करनगे, क्योंकि कलगियां वाले दी रसना आखिया, श्री हर कृष्ण ते आईए जिस डिठे सब दुख जाए। उस कोहड़ी दा कोड़ रूग दूर होया ते इन्हां दुखियां नूं मूंह दी खानी पई। समा अपनी फिर चाले चलदा है। महाराज गुरु हरकृष्ण साहब कीरतपुर साहब की धरती ते संगतां दीदार करन आउंदियां। रोपड़ की धरती तो एक राजा आया जी, राम नाम का राजा, राम उहदा नाम है। वो दर्शनां नूं आया। धन गुरु हरकृष्ण साहब गुरता गद्दी ते विराजमान साहब ने पहरेदान दरबार नूं आखिया, दरबान नूं आखिया कि उस राजे नूं अंदर आउण दी आग्या नहीं है, साडा सुनेहा दे दिओ। राजे नूं सुनेहा मिलिया, बड़ा हैरान होया। सारा दिन खड़ोता रहा। शाम पई, उन्हें तरले लए, एक बारी दर्शन दीदारे करा दिओ। धन गुरु हरकृष्ण साहब दे सामने लिआंदा गया। अखां भर के आखण लगा, महाराज ऐसी केड़ी भुल है कि मैनूं तुसां दर्शनां तो वांझिया कर दिता है। धन गुरु हरकृष्ण महाराज सच्चे पातशाह एक गल आंदे है। सतगुरु कहंदे आ, राजा पहला ये दस अज की गुनाह करके आया? कहन लगा, महाराज गुनाह ते कोई नहीं कीता। हजूर कहंदे फिर समझ, गुरु कोल बह के कदी झूठ नहीं बोलीदा। कहन लगा, महाराज मेरे घर दे विच पुत्रियां जन्म लैंदियां, जेड़ी बच्ची जेड़ी पुत्री जन्म लैंदी है, महाराज मैं उस धी नूं अपने हत्थां दे नाल मार दिना आ। जदों संगत ने सुनिया ते हैरान होए। सतगुरु कहंदे, साडे घर दा सिद्धांत है, सो क्यों मंदा आखिए जित जम्मे राजान, ਧੀਆਂ ਨੂੰ ਮਾਰਨ ਵਾਲਾ ਪਾਪੀ ਹੈ। ਤੇਰੇ ਨਾਲ ਸਾਡੇ ਘਰ ਦਾ ਕਾਹਦਾ ਸੰਬੰਧ ਜੁੜੇਗਾ? ਤੂੰ ਕਿਵੇਂ ਸਤਿਗੁਰੂ ਦੇ ਘਰ ਚੋਂ ਰਹਿਮਤ ਅਸੀਸ ਮਾਣੇਗਾ? ਤੂੰ ਜਾ ਸਕਦਾ ਹੈ। ਕਹਿਣ ਲੱਗਾ, ਮਹਾਰਾਜ ਬੜੀ ਵੱਡੀ ਭੁੱਲ ਹੋਈ, ਮੈਂ ਵਾਅਦਾ ਕਰਨਾ ਆ ਕਦੀ ਦੁਬਾਰਾ ਭੁੱਲ ਕੇ ਵੀ ਗਲਤੀ ਨਹੀਂ ਕਰਦਾ। ਤੇ ਪਿਆਰਿਓ, ਅੱਜ ਜਾਣਿਓ ਗੁਰੂ ਹਰਕ੍ਰਿਸ਼ਨ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਉਹ ਲੋਕ ਕਿੱਥੋਂ ਬਣ ਜਾਣਗੇ ਜਿਹੜੇ ਅੱਜ ਦੇ ਯੁੱਗ ਵਿੱਚ, ਮਸ਼ੀਨੀ ਯੁੱਗ ਵਿੱਚ ਗਰਭ ਚੈੱਕ ਕਰਾ ਕੇ ਵੇਖਦੇ ਆ कि घर विच धी आउण वाली है, पुत आउण वाला है। धी नूं जम्मण तो पहला मारन वाले ये जरूर समझ लैण कि सतगुरु दी घर दी खुशी दे पात्र प्यारिओ कदे नहीं बन सकते। महाराज बड़ियां रहमतां कीरतपुर साहब की धरती ते वरताईयां। दिल्ली की धरती का फिर सुनेहा आया। सतगुरु महाराज माता जी नूं नाल लिया, संगत नूं नाल लिया कि असीं दिल्ली जावांगे। कुछ संगतां आखिया, महाराज नहीं जाना। सतगुरु कहंदे ने, गल औरंगजेब दी नहीं, असां ते एडी दलेरी गुरु नानक साहब दे घर दी है। असां उस मलेश नूं दर्शन नहीं देने। दिल्ली दी धरती ते साडे वल्लों बड़ी वड्डी एक सेवा दी जिम्मेवारी है। गुरु नानक दे घरों वो असां दिल्ली दी धरती ते जाके निभावांगे। संगतां दा एक काफला कीरतपुर साहब दी धरती तो चलदा है। प्यारिओ, अंबाले दे नेड़े पंजोखरा नगर है, ਉੱਥੇ ਪਹੁੰਚਦਾ। ਉੱਥੇ ਸੰਗਤਾਂ ਨੂੰ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਆਏ ਹੈ। ਸੰਗਤਾਂ ਇਕੱਠੀਆਂ ਹੋਈਆਂ। ਇੱਕ ਲਾਲ ਚੰਦ ਨਾਮੀ ਪੰਡਤ ਨੇ ਪੁੱਛਿਆ, ਇਹ ਬੱਚਾ ਕੌਣ ਹੈ? ਤੇ ਸੰਗਤ ਆਖਦੀ ਹੈ, ਸਾਡੇ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਹੈ। ਉਹ ਹੱਸ ਕੇ ਕਹਿੰਦਾ, ਸਾਡਾ ਤੇ ਸਿਰਫ ਸ਼੍ਰੀ ਕ੍ਰਿਸ਼ਨ ਹੈ। ਜੇ ਇਹ ਹਰ ਕ੍ਰਿਸ਼ਨ ਹੈ, ਏਡਾ ਕੁ ਬੱਚਾ ਕੌਮ ਦੀ ਅਗਵਾਈ ਕੀ ਕਰੇਗਾ? ਅਸੀਂ ਤਾਂ ਮੰਨੀਏ ਜੇ ਭਗਵਤ ਮਦ ਗੀਤਾ ਦੇ ਅਰਥ ਕਰਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸੰਗਤਾਂ ਆਖਿਆ, महाराज कहन लगे, असां कर देने हैं, पर पंडित दा हंकार नहीं जाना। जाओ कोई नगर विचों ऐसा इंसान लभ के लियाओ, असीं उहदे कोलों ही भागवत मद गीता दे अर्थ करा देंगे। चलाक ब्राह्मण पंडित लाल चंद एक उस इंसान नूं लैके आया प्यारिओ, जिको ना बोलिया जांदा ना सुनिया जांदा, ना वो सुनदा भाव वो गुंगा ते बोला है। छज्जू नाम दा एक झिऊर है, ਉਹਨੂੰ ਲਿਆਂਦਾ ਗਿਆ। ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਮਿੱਠੀ ਨਦਰ ਕੀਤੀ। ਰੱਬੀ ਬਾਣੀ ਦਾ ਬਚਨ ਨੇ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਦੁਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ,
ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਗੁਰੂ ਹਰਕ੍ਰਿਸ਼ਨ ਮਹਾਰਾਜ ਐਸੀ ਨਦਰ ਬਖਸ਼ਿਸ਼ ਕੀਤੀ ਤੇ ਉਹਦੇ ਸਿਰ ਤੇ ਛੜੀ ਰੱਖ ਕੇ ਆਖਿਆ ਕਿ ਛੱਜੂ, ਜੋ ਪੰਡਤ ਜੀ ਸ਼ਲੋਕ ਬੋਲਣ ਉਹਦੇ ਅਰਥ ਕਰ ਦਿਓ। ਇੱਕ ਸ਼ਲੋਕ ਪੰਡਤ ਜੀ ਬੋਲਦੇ ਨੇ ਤੇ ਭਾਈ ਛੱਜੂ ਜੀ ਨੇ ਪਤਾ ਨਹੀਂ ਕਿੰਨੇ ਕਿੰਨੇ ਉਸ ਸ਼ਬਦਾਂ ਦੇ ਉਸ ਗੀਤਾ ਦੇ ਅਰਥ ਕਰ ਦਿੱਤੇ। ਸਾਰੇ ਪਾਸੇ ਇੱਕਦਮ ਸਨਾਟਾ ਛਾ ਗਿਆ ਤੇ ਮਾਨੋ ਸਭ ਦੀ ਰਸਨਾ ਇੱਕੋ ਗੱਲ ਕਹਿੰਦੀ ਹੈ, ਸ੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁੱਖ ਜਾਏ। ਛੱਜੂ ਝੂਰ ਮਹਾਰਾਜ ਦੇ ਚਰਨਾਂ ਦਾ ਸਿੱਖ ਬਣਿਆ। ਪਿਆਰ ਵਾਲਿਓ ਯਾਦ ਰੱਖਿਓ, ਭਾਈ ਛੱਜੂ ਨੂੰ ਮਹਾਰਾਜ ਨੇ ਗੁਰਸਿੱਖੀ ਦਾ ਪ੍ਰਚਾਰਕ ਥਾਪਿਆ। ਪ੍ਰਚਾਰਕ ਥਾਪ ਕੇ ਮਹਾਰਾਜ ਨੇ ਭੇਜਿਆ ਜਗਨਨਾਥਪੁਰੀ, ਉੜੀਸਾ ਦੇ ਇਲਾਕੇ 'ਚ ਜਾਓ। ਗੁਰੂ ਨਾਨਕ ਸਾਹਿਬ ਨੇ ਉੱਥੇ ਬੂਟਾ ਲਾਇਆ, ਉਸ ਬੂਟੇ ਨੂੰ ਜਲ ਦੇ ਕੇ ਸਿੰਜੋ, ਆਉਣ ਵਾਲੇ ਸਮੇਂ 'ਚ ਉੱਥੋਂ ਗੁਰਸਿੱਖੀ ਦੀਆਂ ਰਹਿਮਤਾਂ ਪੈਦਾ ਹੋਣਗੀਆਂ। ਇਸੇ ਭਾਈ ਛੱਜੂ ਝਿਊਰ ਜੀ ਦੇ ਪੋਤਰੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਿੰਮਤ ਸਿੰਘ, ਜਿਹੜੇ 5 ਪਿਆਰਿਆਂ ਵਿੱਚੋਂ ਹੋਏ। ਉਹਨਾਂ ਅੰਮ੍ਰਿਤ ਦੀ ਦਾਤ ਮਾਣ ਕੇ ਸਿੱਖੀ ਨੂੰ ਆਪਣਾ ਜੀਵਨ ਕੁਰਬਾਨ ਕਰਨ ਲਈ ਦਿੱਤਾ। ਵਕਤ ਅੱਗੇ ਚੱਲਿਆ ਜੀ। ਇਹ ਲਾਲ ਚੰਦ ਨਾਮ ਦਾ ਜਿਹੜਾ ਬ੍ਰਾਹਮਣ ਹੈ, ਯਾਦ ਰੱਖਿਓ, 10ਮ ਪਾਤਸ਼ਾਹ ਦੇ ਚਰਨਾਂ 'ਚੋਂ ਅੰਮ੍ਰਿਤ ਦੀ ਦਾਤ ਲੈ ਕੇ ਇਹ ਲਾਲ ਸਿੰਘ ਬਣਿਆ ਤੇ ਚਮਕੌਰ ਦੇ ਵਿੱਚ ਰਣ ਤੱਤੇ ਵਿੱਚ ਜੂਝਦਿਆਂ ਸ਼ਹੀਦੀ ਪ੍ਰਾਪਤ ਕਰਦਾ ਹੈ। ਇਹ ਹੈ ਉਸ ਸਤਿਗੁਰੂ ਦੇ ਘਰ ਦੀਆਂ ਰਹਿਮਤਾਂ, ਕਿਉਂਕਿ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਸਤਿਗੁਰੂ ਮਹਾਰਾਜ ਪੰਜੋਖਰੇ ਦੀ ਧਰਤੀ ਤੋਂ ਚੱਲੇ। ਇੱਕ ਗੱਲ ਹੋਰ ਅਰਜ਼ ਕਰਦੇ ਹਾਂ, ਅੱਜ ਬਹੁਤੇ ਸਕੂਲਾਂ ਦੇ ਜਿਹੜੇ ਨਾਮ ਹੈ ਨਾ, 10 ਪਾਤਸ਼ਾਹੀਆਂ ਦੇ ਨਾਂ ਤੇ ਬੜੇ ਸਕੂਲ ਹੋਣਗੇ, ਪਰ ਸਭ ਤੋਂ ਵੱਧ ਜਿਹੜੇ ਸਕੂਲ ਹੈ ਉਹ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਂ ਤੇ ਹੈ। ਕਾਰਨ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਉਹ ਰਹਿਮਤਾਂ ਦੇ ਸਾਗਰ ਹੈ, ਜਿਹੜੇ ਗੁੰਗਿਆਂ ਦੇ ਸਿਰਾਂ ਤੇ ਛੜੀਆਂ ਰੱਖ ਕੇ ਵੀ ਉਹਨਾਂ ਨੂੰ ਜ਼ੁਬਾਨ ਬਖਸ਼ ਦਿੰਦੇ ਹੈ, ਗਿਆਨ ਬਖਸ਼ ਦਿੰਦੇ ਹੈ, ਬੋਲਣਾ ਬਖਸ਼ ਦਿੰਦੇ ਹੈ। ਕਿਉਂਕਿ ਜਦੋਂ ਜੱਗ ਉਹਨਾਂ ਦੇ ਚਰਨਾਂ ਨੂੰ ਹੱਥ ਜੋੜ ਕੇ ਗਾਉਂਦਾ ਹੈ, ਸ੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁੱਖ ਜਾਏ। ਮਹਾਰਾਜ ਜੀ ਚੱਲਦਿਆਂ ਹੋਇਆਂ ਦਿੱਲੀ ਦੀ ਧਰਤੀ ਤੇ ਆਪਣੇ, ਦਿੱਲੀ ਦੀ ਧਰਤੀ ਤੇ ਇੱਕ ਔਰੰਗਜ਼ੇਬ ਦਾ ਅਹਿਲਕਾਰ ਹੈ ਮਿਰਜ਼ਾ ਰਾਜਾ ਜੈ ਸਿੰਘ। ਮਿਰਜ਼ਾ ਰਾਜਾ ਜੈ ਸਿੰਘ ਨੂੰ ਪਤਾ ਲੱਗਾ ਉਹਦੀ ਇੱਕ ਬੜੀ ਵੱਡੀ ਕੋਠੀ ਹੈ, ਬੜਾ ਵੱਡਾ ਘਰ ਹੈ, ਜਿਹਨੂੰ ਪੁਰਾਣੇ ਬੋਲਾਂ ਦੇ ਵਿੱਚ ਬੰਗਲਾ ਕਹਿੰਦੇ ਸਨ। ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਉਹ ਉੱਥੇ ਲੈ ਕੇ ਗਿਆ। ਰਾਜਾ ਮਿਰਜ਼ਾ ਜੈ ਸਿੰਘ ਦੇ ਕਹਿਣ ਤੇ ਮਹਾਰਾਜ ਉਸ ਬੰਗਲੇ ਵਿੱਚ ਚਰਨ ਪਾਉਂਦੇ ਹੈ, ਪਰ ਉੱਥੋਂ ਦੀ ਉਹਦੀ ਜਿਹੜੀ ਰਾਣੀ ਹੈ, ਉਹਦੇ ਮਨ 'ਚ ਇੱਕ ਸ਼ੱਕ ਆਇਆ ਕਿ ਨਿੱਕਾ ਜਿਹਾ ਬੱਚਾ ਸੱਚੀ ਗੁਰੂ ਹੋ ਸਕਦਾ ਹੈ, ਕੌਮ ਦੀ ਅਗਵਾਈ ਕਰ ਸਕਦਾ ਹੈ। ਉਹਨੇ ਗੋਲੀਆਂ ਵਾਲੇ ਕੱਪੜੇ ਪਾ ਕੇ, ਨੌਕਰਾਣੀਆਂ ਵਾਲੇ ਕੱਪੜੇ ਪਾ ਕੇ ਨੌਕਰਾਣੀਆਂ 'ਚ ਬਹਿ ਗਈ ਤੇ ਮਨ ਵਿੱਚ ਇਹ ਧਾਰ ਲਿਆ, ਜੇ ਸਤਿਗੁਰੂ ਮੈਨੂੰ ਇੰਨਿਆਂ 'ਚੋਂ ਪਛਾਣ ਲੈਣ ਤਾਂ ਮੈਂ ਤਾਂ ਸਮਝਾਂ। ਹਜ਼ੂਰ ਕੱਲੀ ਕੱਲੀ ਦੇ ਉੱਤੇ ਹੱਥ ਰੱਖਦੇ ਨੇ, ਛੜੀ ਰੱਖਦੇ ਨੇ, ਕੱਲੀ ਕੱਲੀ ਨੌਕਰਾਣੀ ਉੱਤੇ, ਆਖਦੇ ਨੇ ਰਾਣੀ ਇਹ ਵੀ ਨਹੀਂ, ਰਾਣੀ ਇਹ ਵੀ ਨਹੀਂ। ਜਿਹੜੀ ਸੱਚਮੁੱਚ ਰਾਣੀ ਸੀ, ਕੋਲ ਜਾ ਕੇ ਮਹਾਰਾਜ ਕਹਿੰਦੇ ਨੇ, ਤੈਨੂੰ ਪਰਮੇਸ਼ਰ ਨੇ ਰਾਣੀ ਬਣਾਇਆ, ਪਰ ਉਹ ਨੌਕਰਾਣੀ ਬਣਾਉਣ ਲੱਗਿਆਂ ਵੀ ਦੇਰ ਨਹੀਂ ਲਾਉਂਦਾ ਤੇ ਰਾਣੀ ਦੇ ਹੱਥ ਜੁੜੇ, ਚਰਨਾਂ ਦੇ ਉੱਤੇ ਸੀਸ ਟਹਿ ਗਿਆ, ਮੇਰੇ ਮਾਲਕ ਜੀ ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋ ਗਈ। ਇੱਧਰ ਬਾਦਸ਼ਾਹ ਔਰੰਗਜ਼ੇਬ ਬੜੇ ਤਰਲੇ ਲੈਂਦਾ ਹੈ, ਅਰਦਾਸਾਂ ਬੇਨਤੀਆਂ ਕਰਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰਾਂ। ਮਹਾਰਾਜ ਨੇ ਪਰਵਾਹ ਨਹੀਂ ਕੀਤੀ, ਦਰਸ਼ਨਾਂ ਦੀ ਗੱਲ ਕੀਤੀ। ਮਹਾਰਾਜ ਕਹਿੰਦੇ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਸਾਡਾ ਮਲੇਸ਼ ਨਾਲ ਕੋਈ ਸੰਬੰਧ ਨਹੀਂ, ਉਦੋਂ ਕਾਹਦੇ ਦਰਸ਼ਨ ਦੇਣੇ ਨੇ। ਉਹਨੇ ਦੂਜੀ ਵਾਰੀ ਤਰਲਾ ਲਿਆ, ਕਮ ਸੇ ਕਮ ਹੋਰ ਕੁਝ ਨਹੀਂ, ਇੰਨਾ ਹੀ ਪੁੱਛੋ ਵੀ ਮੇਰੇ ਰਾਜ ਮਹਿਲ ਬਾਰੇ, ਰਾਜ ਭਾਗ ਬਾਰੇ ਉਹਨਾਂ ਦੀ ਕਿਆ ਵਿਚਾਰ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮੁਖਾਤਬ ਹੋ ਕੇ ਰੱਬੀ ਬਾਣੀ ਚੋਂ ਇੱਕ ਗੱਲ ਕਹਿੰਦੇ ਨੇ, ਕਿਆ ਖਾਧੇ ਕਿਆ ਪੈਦੇ ਹੋਏ, ਜਾ ਮਨ ਨਾਹੀਂ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਚੇ ਭੋਗ ਬਲਾਸ। ਸਭ ਕੁਝ ਮਹਾਰਾਜ ਕਹਿੰਦੇ ਨੇ ਖਤਮ ਹੈ ਜੇ ਰੱਬ ਦੀ ਯਾਦ ਨਹੀਂ। ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼। ਸਤਿਗੁਰੂ ਮਹਾਰਾਜ ਦਿੱਲੀ ਦੀ ਧਰਤੀ ਤੇ ਹੈ। ਅਚਾਨਕ ਇੱਕ ਮਹਾਂਮਾਰੀ ਫੈਲੀ, ਚੇਚਕ ਦੇ ਰੋਗ ਵਾਂਗਰਾ। ਪਿਆਰ ਵਾਲਿਓ ਯਾਦ ਰੱਖਿਓ, ਆਹ ਜਿਹੜੇ ਰੋਗ ਫੈਲਦੇ ਨੇ ਅੱਜ ਕਰੋਨਾ ਮਹਾਂਮਾਰੀ ਰੂਪ 'ਚ ਫੈਲਿਆ, ਇਹ ਇੱਕ ਵਾਰੀ ਦੀ ਗੱਲ ਨਹੀਂ।
ਕਦੀ ਇਸ ਧਰਤੀ ਦੇ ਉੱਤੇ ਕੋਹੜ ਦਾ ਰੋਗ ਫੈਲਦਾ ਹੈ, ਕਦੀ ਇੱਥੇ ਕੋਈ ਹੋਰ ਰੋਗ ਫੈਲਦਾ ਹੈ, ਕਦੀ ਸੋਕੇ ਦਾ ਰੋਗ ਫੈਲਦਾ, ਕਦੀ ਕੁਝ ਫੈਲਦਾ। ਗੁਰੂ ਨਾਨਕ ਸਾਹਿਬ ਦੇ ਘਰ ਦੀ ਇਹ ਰਹਿਮਤ ਰਹੀ ਹੈ। ਲਾਹੌਰ ਦੀ ਧਰਤੀ ਤੇ ਜਿੰਨੀ ਵਾਰੀ ਕਾਲ ਪਿਆ, ਧੰਨ ਗੁਰੂ ਅਰਜਨ ਦੇਵ ਸਾਹਿਬ ਖੁਦ ਜਾ ਕੇ ਸੰਗਤਾਂ ਦਾ ਇਲਾਜ ਵੀ ਕਰਦੇ ਹੈ। ਜਿਹੜੇ ਚੜ੍ਹਾਈ ਕਰ ਗਏ ਉਹਨਾਂ ਦਾ ਸੰਸਕਾਰ ਕਰਦੇ ਹੈ, ਪ੍ਰਸ਼ਾਦਾ ਪਾਣੀ ਛਕਾਉਂਦੇ ਹੈ। ਤਰਨ ਤਾਰਨ ਦੀ ਧਰਤੀ ਤੇ ਕੋਈ ਲੋਕ ਕੋਹੜੀ ਹੁੰਦੇ ਮਹਾਰਾਜ ਤਾਂ ਇਲਾਜ ਕਰਦੇ ਹੈ। ਇਹ ਬਾਬੇ ਨਾਨਕ ਦੇ ਘਰ ਦੀ ਰਹਿਮਤ ਰਹੀ ਹੈ ਜੀ, ਕਿਉਂਕਿ ਸਤਿਗੁਰੂ ਦੇ ਘਰ 'ਚ ਇਹ ਬਖਸ਼ਿਸ਼ਾਂ ਵਸਦੀਆਂ ਆ। ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਆ, ਚੇਚਕ ਦਾ ਰੋਗ ਫੈਲਿਆ, ਲੋਕ ਚੇਚਕ ਨਾਲ ਮਰਨ ਲੱਗੇ। ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਖੁਦ ਜਾ ਕੇ ਚੇਚਕ ਦੇ ਲੋਕਾਂ ਦਾ, ਰੋਗਾਂ ਦਾ, ਜਿਹੜੇ ਲੋਕ ਚੇਚਕ ਦੇ ਰੋਗ ਨਾਲ ਬਿਮਾਰ ਸਨ, ਸਭ ਦਾ ਮਹਾਰਾਜ ਨੇ ਇਲਾਜ ਕੀਤਾ। ਕਿਉਂਕਿ ਸਤਿਗੁਰੂ ਦੇ ਘਰ ਵਿੱਚ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਵੱਡਾ ਸੇਵਾ ਦਾ ਦਰਜਾ ਦਿੱਤਾ ਗਿਆ ਆ। ਗੁਰੂ ਨਾਨਕ ਸਾਹਿਬ ਨੂੰ ਜਦੋਂ ਕਿਸੇ ਨੇ ਸਵਾਲ ਕੀਤਾ ਸੀ ਨਾ ਵੀ ਬਾਬਾ ਨਾਨਕ ਜੀ ਤੁਸੀਂ ਕਿੱਥੇ ਮਿਲਦੇ ਹੋ, ਤੇ ਮਹਾਰਾਜ ਆਖਿਆ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਜਿਹੜਾ ਨੀਵਿਆਂ ਨੂੰ ਸੰਭਾਲਦਾ ਆ, ਜਿਹੜਾ ਡਿੱਗਿਆਂ ਨੂੰ ਸੰਭਾਲਦਾ ਆ, ਸਤਿਗੁਰੂ ਦੇ ਘਰ 'ਚ ਸੇਵਾ ਦਾ ਬੜਾ ਵੱਡਾ ਮਹਾਤਮ ਹੈ। ਮੈਂ ਕਹਿੰਦਾ ਬਲਿਹਾਰ ਜਾਵਾਂ ਅੱਜ ਵੀ ਉਹਨਾਂ ਪਿਆਰ ਵਾਲੇ ਸੰਗਤਾਂ ਦੇ, ਇਨਸਾਨਾਂ ਦੇ, ਮਨੁੱਖਤਾ ਦੇ, ਜਿਨ੍ਹਾਂ ਨੇ ਥਾਂ ਥਾਂ ਲੰਗਰ ਲਾਏ। ਅੱਜ ਲੋਕੀ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਦੇ ਆ, ਪਰ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਨਮਸਕਾਰਿਆ ਪਿਆਰਿਓ। ਜਿਹੜੀ ਸੰਗਤ ਸਤਿਗੁਰੂ ਨੂੰ ਭਾਵਨਾ ਨਾਲ ਯਾਦ ਕਰਦੀ ਤੇ ਅੱਜ ਵੀ ਗਰੀਬ ਗੁਰਬਿਆਂ ਔਰ ਭੁੱਖਿਆਂ ਦੇ ਮੂੰਹ ਵਿੱਚ ਪ੍ਰਸ਼ਾਦਾ ਪਾਉਂਦੇ ਆ, ਅਰਦਾਸ ਕਰਦੇ ਆ, ਮਹਾਰਾਜ ਇਹ ਤੇਰਾ ਚਲਾਇਆ ਹੋਇਆ ਦਰ ਹੈ, ਘਰ ਹੈ, ਤੇਰਾ ਬਖਸ਼ਿਆ ਲੰਗਰ ਹੈ। ਇਹਨਾਂ 20 ਰੁਪਈਆਂ ਦੀ ਮਹਾਨਤਾ ਹੈ, ਜਿੱਥੇ ਸੇਵਾ ਦੀ ਭਾਵਨਾ ਵਿੱਚ ਸਭ ਤੋਂ ਵੱਡੀ ਰਹਿਮਤ ਵਸ ਜਾਏ। ਭਾਵੇਂ ਉਹ ਬਿਮਾਰੀ ਨਾਲ ਲੋਕ ਮਰ ਰਹੇ ਹੋਣ ਤੇ ਦਵਾਈਆਂ ਦਾ ਲੰਗਰ ਹੋਵੇ, ਭਾਵੇਂ ਉਹ ਪ੍ਰਸ਼ਾਦੇ ਦਾ ਲੰਗਰ ਹੋਵੇ, ਭਾਵੇਂ ਉਹ ਮਨੁੱਖਤਾ ਨੂੰ ਸਵਾਰਨ ਦਾ ਲੰਗਰ ਹੋਵੇ, ਭਾਵੇਂ ਧੀਆਂ ਪੁੱਤਰ ਜਿਹੜੇ ਗਰੀਬ ਲੋਕਾਂ ਦੇ ਵਿਆਹ ਦੀ ਗੱਲ ਹੋਵੇ, ਭਾਵੇਂ ਕਿਸੇ ਗਰੀਬ ਨੂੰ ਪੜ੍ਹਾਉਣ ਦੀ ਗੱਲ ਹੋਵੇ, ਪਿਆਰਿਓ ਸਭ ਵਿੱਚ ਬਾਬੇ ਨਾਨਕ ਦਾ ਸਿਧਾਂਤ ਵਸਦਾ ਆ। ਅੱਜ ਗੁਰੂ ਹਰਕ੍ਰਿਸ਼ਨ ਮਹਾਰਾਜ ਇੰਨੀਆਂ ਰਹਿਮਤਾਂ, ਲੋਕ ਬਿਮਾਰੀ ਨਾਲ ਕੁਰਲਾਉਂਦੇ ਆ, ਲੋਕ ਭੱਜਦੇ ਆ, ਇੱਕ ਦੂਜੇ ਦਾ ਸਾਥ ਦੇਣੋਂ ਛੱਡ ਕੇ। ਤੁਸੀਂ ਵੇਖਿਆ ਇਹਨਾਂ ਦਿਨਾਂ 'ਚ ਜੇ ਕੋਈ ਕਿਸੇ ਰੋਗ ਨਾਲ ਪੀੜਤ ਆ, ਪਰਿਵਾਰ ਦੇ ਬੰਦੇ ਹੱਥ ਲਾਉਣ ਤੋਂ ਵੀ ਡਰਦੇ ਰਹੇ ਵੀ ਇਹਨਾਂ ਨੂੰ ਹੱਥ ਨਾ ਲੱਗ ਜਾਏ ਸਾਡਾ। ਪਿਆਰਿਓ ਇਹਨਾਂ ਦਿਨਾਂ 'ਚ ਜਿਹੜੀ ਸੰਗਤ ਸੇਵਾ ਕਰਦੀ ਆ, ਸਿਧਾਂਤ ਨੂੰ ਤਾਂ ਫਿਰ ਉਹਨਾਂ ਹੀ ਮਾਣਿਆ ਨਾ ਜੀ। ਤਾਂ ਹੀ ਤੇ ਮਹਾਰਾਜ ਕਹਿੰਦੇ ਆ ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਹੀ ਸੁਖ ਸਿਉ ਸਭ ਲਾਗਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠ ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ ਕੋਊ ਨਾ ਆਵਤ ਨੇਰੈ। ਇੱਥੇ ਨੇੜੇ ਕੋਈ ਨਹੀਂ ਆਉਣ ਵਾਲਾ, ਸਭ ਸੁੱਖਾਂ ਦੇ ਸਾਥੀ ਆ। ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਦੀ ਧਰਤੀ ਤੇ ਜਿਸ ਇਲਾਕੇ 'ਚ ਰੋਗ ਫੈਲਿਆ, ਮਹਾਰਾਜ ਰੋਗੀਆਂ ਦਾ ਇਲਾਜ ਕੀਤਾ, ਖਾਣ ਲਈ ਪ੍ਰਸ਼ਾਦ ਪਾਣੀ ਦਿੱਤਾ, ਹਰ ਵਿੱਤੋਂ ਵੱਧ ਸੇਵਾ ਕੀਤੀ। ਤੇ ਸਮਾਂ ਉਹ ਆਇਆ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਅਟਲ ਸਚਾਈ ਦਾ ਆਖਿਆ। ਮਹਾਰਾਜ ਜੀ ਦੇ ਆਪਣੇ ਤਨ ਦੇ ਉੱਤੇ ਚੇਚਕ ਦਾ ਰੋਗ ਫੈਲਿਆ ਤੇ ਸਤਿਗੁਰੂ ਜਿਸ ਧਰਤੀ ਨੂੰ ਅੱਜ ਵੀ ਸਜਦਾ ਕਰਦੇ ਆ, ਉਸ ਬੰਗਲੇ ਨੂੰ ਜਿੱਥੇ ਸਾਹਿਬ ਦਾ ਵਾਸਾ ਹੋਇਆ, ਸੰਗਤ ਉਹਨੂੰ ਅੱਜ ਬੰਗਲਾ ਸਾਹਿਬ ਕਹਿ ਕੇ ਯਾਦ ਕਰਦੀ ਹੈ। ਪਾਤਸ਼ਾਹ ਜਾਣ ਲੱਗਿਆ ਆਪਣਾ ਚਰਨ ਇੱਕ ਪਾਣੀ ਦੇ ਚਬੱਚੇ ਵਿੱਚ ਮੁਬਾਰਕ ਚਰਨ ਪਾ ਕੇ ਕਹਿੰਦੇ ਆ, ਆਹ ਜਲ ਜਿਸ ਨੂੰ ਵੀ ਛਕਾਓਗੇ, ਰਹਿੰਦੀ ਦੁਨੀਆ ਤੱਕ ਵੀ ਕੋਈ ਇਹ ਜਲ ਛਕੇਗਾ, ਉਹਨੂੰ ਕਦੀ ਚੇਚਕ ਦਾ ਰੋਗ ਨਹੀਂ ਹੁੰਦਾ। ਪਿਆਰਿਓ ਇਹ ਉਹ ਰਹਿਮਤਾਂ ਆ ਜਿਹਨੂੰ ਅੱਜ ਵੀ ਜੱਗ ਗਾਉਂਦਾ ਹੈ। ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਦੁੱਖ ਜਾਏ। ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਦੀ ਧਰਤੀ ਤੇ ਬਾਲਾ ਪ੍ਰੀਤਮ ਸਤਿਗੁਰੂ ਸੱਚਖੰਡ ਪਿਆਨਾ ਕਰ ਗਏ, ਔਰ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਅਗਲੀ ਜ਼ਿੰਮੇਵਾਰੀ ਇਹ ਬਖਸ਼ ਗਏ ਕਿ ਬਾਬਾ ਵਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਅੱਜ ਵੀ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਸੰਗਤ ਚੇਤੇ ਕਰਦਿਆਂ ਦਿਨ ਰਾਤ ਉਹਨਾਂ ਦੇ ਚਰਨਾਂ 'ਚ ਸੀਸ ਨਿਵਾਉਂਦਿਆਂ ਆਖਦੀ ਏ, ਸ਼੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਦੁੱਖ ਜਾਏ। ਸਤਿਗੁਰੂ ਮਿਹਰਬਾਨ ਹੋਵਣ, ਸਭਨਾਂ ਦੀ ਅਰਦਾਸ ਬੇਨਤੀ ਭਾਵਨਾ ਗੁਰੂ ਚਰਨਾਂ 'ਚ ਪ੍ਰਵਾਨ ਹੋਵੇ। ਬੇਅੰਤ ਭੁੱਲਾਂ ਦੀ ਖਿਮਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।